ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ, ਜੀਵਨ ਸੰਤ ਅਤਰ ਸਿੰਘ ਜੀ ਮਹਾਰਾਜ। ਪਿਸ਼ਾਵਰ, ਕੋਹਾਟ, ਬਨੂ, ਡੇਰਾ ਇਸਮਾਇਲ ਖਾਨ, ਮੁਲਤਾਨ, ਨੌਸ਼ਹਿਰਾ, ਹਰੀਪੁਰ, ਰਾਵਲਪਿੰਡੀ, ਕੋਹਮਰੀ, ਕਨੋਹਾ, ਤਰਨ ਤਾਰਨ, ਸੰਗਰੂਰ ਹੁੰਦੇ ਹੋਏ ਆਪ ਜੀ ਮਸਤੋਣਾ ਸਾਹਿਬ ਆਏ। ਪਿਸ਼ਾਵਰ ਪੁੱਜਣ ਪਰ ਸਾਰੇ ਸ਼ਹਿਰ ਸਦਰ ਦੇ ਇਲਾਕੇ ਵਿੱਚ ਖਬਰ ਫੈਲ ਗਈ। ਦੋਵੇਂ ਸਮੇਂ ਦੀਵਾਨ ਸਜਦੇ, ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ। ਅਨੇਕਾਂ ਜੀਵਾਂ ਦਾ ਅੰਮ੍ਰਿਤ ਛਕ ਕੇ ਉਦਾਰ ਹੋਇਆ। ਭਰੇ ਦੀਵਾਨ ਵਿੱਚ ਅਪੀਲ ਕਰਨੀ ਆਪ ਗੁਰੂ ਸ਼ਬਦ ਦੀ ਹੇਠੀ ਤੇ ਮੋਹ ਮਾਇਆ ਦੀ ਗੁਲਾਮੀ ਸਮਝਦੇ ਸੱਚ ਹੈ। ਮਾਨ ਮੋਹ ਦੋਨੋਂ ਕੋ ਪਰਹਰ, ਗੋਬਿੰਦ ਕੈ ਗੁਣ ਗਾਵੈ, ਕਹਿ ਨਾਨਕ ਕੇ ਬਿਦ ਕੋ ਪ੍ਰਾਣੀ, ਜੀਵਨ ਮੁਕਤ ਕਹਾਵੈ। ਸੇਠ ਰਤਨ ਸਿੰਘ ਜੀ ਆ ਕੇ ਆਪ ਜੀ ਨੂੰ ਜੱਥੇ ਸਮੇਤ ਕੋਹਾਟ ਲਈ ਟਾਂਗਿਆਂ ਤੇ ਟੁਰ ਪਏ। ਪਿਸ਼ਾਵਰ ਤੋਂ 13 ਮੀਲ ਦੂਰ ਮਤੰਨੀ ਥਾਣੇ ਤੋਂ ਸੜਕ ਆਕੀ ਇਲਾਕੇ ਵਿੱਚੋਂ ਲੰਘਦੀ ਹੈ। ਇਸ ਪਹਾੜੀ ਇਲਾਕੇ ਵਿੱਚ ਪਾਣੀ ਦੀ ਬਹੁਤ ਕਮੀ ਰਹਿੰਦੀ ਹੈ। ਖੂਹ ਲੱਗ ਨਹੀਂ ਸੀ ਸਕਦਾ, ਛੱਪੜਾਂ ਦਾ ਹੀ ਪਾਣੀ ਪੀਂਦੇ ਸਨ। ਉਸ ਸਾਲ ਬਰਸਾਤ ਨਾ ਹੋਣ ਕਰਕੇ ਪਾਣੀ ਦੀ ਬਹੁਤ ਤੰਗੀ ਸੀ ਤੇ ਲੋਕ ਡੰਗਰ ਸਭ ਦੁਖੀ ਸਨ। ਜਦੋਂ ਆਪ ਗੜੀ ਸਾਬੂਦੀਨ ਪਾਸੋਂ ਲੰਘ ਰਹੇ ਸਨ ਤਾਂ ਟਾਂਗੇ ਚੜ੍ਹਾਈ ਕਰਕੇ ਹੌਲੀ ਹੌਲੀ ਚੱਲ ਰਹੇ ਸਨ। ਅੱਗੋਂ 4 ਪਠਾਨ ਆ ਰਹੇ ਸਨ। ਉਹਨਾਂ ਨੇ ਸੰਤ ਜੀ ਦਾ ਨੂਰਾਨੀ ਚਿਹਰਾ ਵੇਖ ਕੇ ਘੋੜੇ ਦੀ ਵਾਗ ਫੜ ਲਈ ਤੇ ਤਰਲਾ ਮਾਰਿਆ ਤੇ ਅਰਜ਼ ਕੀਤੀ, ਵਾਸਤੇ ਖੁਦਾ ਦੇ ਬਾਰਿਸ਼ ਬਖਸ਼ੋ। ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਬਾਰਿਸ਼ ਤਾਂ ਖੁਦਾ ਦੇ ਵੱਸ ਹੈ, ਅਸੀਂ ਤਾਂ ਉਸ ਦੇ ਬੰਦੇ ਹਾਂ। ਪਠਾਨਾਂ ਨੇ ਬੜੇ ਅਦਬ ਨਾਲ ਆਖਿਆ, ਤੂੰ ਖੁਦ ਖੁਦਾ ਦਾ ਨੂਰ ਹੈ, ਤੇਰੇ ਤੇ ਖੁਦਾ ਵਿੱਚ ਕੋਈ ਭੇਦ ਨਹੀਂ, ਸਾਨੂੰ ਨਾ ਤਰਸਾਓ, ਅਸੀਂ ਬਹੁਤ ਦੁਖੀ ਹਾਂ। ਇਹਨਾਂ ਦੀ ਦਰਦ ਭਰੀ ਪੁਕਾਰ ਕਰਕੇ ਸੰਤ ਜੀ ਟਾਂਗੇ ਤੋਂ ਉਤਰ ਪਏ। ਰਾਤ ਲਈ ਆਸਨ ਇਸੇ ਨਗਰ ਕੀਤਾ। ਸੰਤ ਜੀ ਨੇ ਜੱਥੇ ਸਮੇਤ ਸ਼ਬਦ ਕੀਰਤਨ ਆਰੰਭ ਕੀਤਾ। ਬਹੁਤ ਸਾਰੇ ਪਠਾਨ ਤੇ ਉਹਨਾਂ ਦੇ ਬਾਲ ਬੱਚੇ ਇਕੱਠੇ ਹੋ ਗਏ। ਕੀਰਤਨ ਦਾ ਇੱਕ ਖਾਸ ਇਹਾਤੀ ਰੰਗ ਬੰਨਿਆ। ਅਸਮਾਨ ਉੱਪਰ ਬੱਦਲ ਨਜ਼ਰ ਆਉਣ ਲੱਗ ਪਏ। ਰਹਿਰਾਸ ਸਾਹਿਬ ਦਾ ਪਾਠ ਹੋਇਆ। ਅਰਦਾਸ ਹੋਣ ਦੀ ਦੇਰ ਸੀ ਕਿ ਬਾਰਿਸ਼ ਪੂਰੇ ਜ਼ੋਰ ਨਾਲ ਸ਼ੁਰੂ ਹੋ ਗਈ। 2 ਘੰਟੇ ਉਹ ਮੂਸਲਾਧਾਰ ਬਾਰਿਸ਼ ਹੋਈ ਕਿ ਸਾਰੇ ਜਲ ਥਲ ਹੋ ਗਿਆ। ਸਾਰੇ ਪਠਾਨ ਸੰਤ ਮਹਾਰਾਜ ਦੀ ਚਰਨੀ ਲੱਗੇ ਤੇ ਇੱਕ ਜਵਾਨ ਹੋ ਕੇ ਕਹਿਣ ਲੱਗੇ, ਤੂੰ ਖੁਦਾ ਦਾ ਕਾਮਲ ਫਕੀਰ ਹੈ, ਤੇਰੇ ਤੇ ਖੁਦਾ ਵਿੱਚ ਕੋਈ ਫਰਕ ਨਹੀਂ। ਤੇਰੇ ਪਾਕ ਦੀਦਾਰ ਤੇ ਰੱਬੀ ਕਲਾਮ ਨੇ ਸਾਨੂੰ ਤਾਰ ਦਿੱਤਾ ਹੈ। ਉਹਨਾਂ ਨੇ ਤੇ ਹਿੰਦੂਆਂ ਪਾਸੋਂ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕਾਨਾ ਸੀ, ਲੰਗਰ ਤਿਆਰ ਕਰਵਾ ਲਿਆ ਸੀ, ਸੋ ਸਭ ਛੱਕ ਕੇ ਵਿਰਾਜ ਗਏ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਆਸਾ ਜੀ ਦੀ ਵਾਰ ਦਾ ਭੋਗ ਪਾ ਕੇ ਜਲ ਪਾਣੀ ਛੱਕ ਕੇ ਕੋਹਾਟ ਵੱਲ ਚੱਲ ਪਏ। ਸ਼ਾਮ ਕੋਹਾਟ ਅੱਪੜ ਕੇ ਕੋਠੀ ਨੰਬਰ 2 ਵਿੱਚ ਡੇਰਾ ਕੀਤਾ। ਸਵੇਰੇ ਦਾ ਦੀਵਾਨ ਪੰਚਾਇਤੀ ਗੁਰਦੁਆਰੇ ਤੇ ਸ਼ਾਮ ਦਾ ਛੱਜੂ ਦੇ ਕੋਠੇ ਤੇ ਸਜਦਾ। ਦਿਨ ਦੇ ਵਕਤ ਸੰਤ ਮਹਾਰਾਜ ਜੀ ਨਦੀ ਦੇ ਕਿਨਾਰੇ ਇੱਕ ਗੁਫਾ ਵਿੱਚ ਰਹਿੰਦੇ। ਬਸੰਤ ਪੰਚਮੀ ਦਾ ਮੇਲਾ ਨਦੀ ਦੇ ਕਿਨਾਰੇ ਮਨਾਇਆ ਗਿਆ। ਸ਼ਬਦ ਕੀਰਤਨ ਹੋਇਆ ਤੇ ਟੁੱਟ ਲੰਗਰ ਵਰਤਿਆ। ਇਸ ਨਦੀ ਦੇ ਕਿਨਾਰੇ ਫਿਰ ਹਰ ਸਾਲ ਬਸੰਤ ਪੰਚਮੀ ਸੰਗਤ ਮਨਾਉਂਦੀ ਚਲੀ ਆਉਂਦੀ ਰਹੀ। ਸੰਤ ਜੀ 1.25 ਮਹੀਨਾ ਇੱਥੇ ਰਹੇ। ਭਾਈ ਸੁੱਧ ਸਿੰਘ, ਪ੍ਰਧਾਨ ਸਿੰਘ ਜੀ ਸਰਗੋਧੇ ਵਾਲਿਆਂ ਦਾ ਇਸ ਵਕਤ ਚੰਗਾ ਗੁਰਮੁਖ ਪ੍ਰਸਿੱਧ ਰਾਗੀ ਜੱਥਾ ਸੀ। ਭਾਈ ਸੁੱਧ ਸਿੰਘ ਜੀ ਨੂੰ ਕੋਹਾਟ ਸੰਤ ਮਹਾਰਾਜ ਦੇ ਪਹਿਲੀ ਵਾਰ ਦਰਸ਼ਨ ਹੋਏ। ਆਪ ਲਿਖਦੇ ਹਨ, ਸੰਤ ਮਹਾਰਾਜ ਦਾ ਆਪਣਾ ਪ੍ਰੋਗਰਾਮ ਰਾਤ ਨੂੰ 1 ਵਜੇ ਉੱਠਣ ਦਾ ਸੀ। ਉਹਨਾਂ ਦੀ ਆਤਮਕ ਗਤੀ ਦਾ ਭੇਦ ਕਥਨ ਤੋਂ ਬਾਹਰ ਹੈ, ਪਰ ਉਹਨਾਂ ਦੇ ਰਸ ਭਿੰਨੇ ਨੈਣਾਂ ਵਿੱਚੋਂ ਆਤਮ ਰਸ ਦੀ ਫੁਹਾਰ ਹਰ ਸਮੇਂ ਬਰਸਦੀ ਰਹਿੰਦੀ ਸੀ। ਮਧੁਰ ਬਚਨਾਂ ਵਿੱਚੋਂ ਕੋਈ ਐਸਾ ਸਵਾਦ ਸੀ ਕਿ ਚਿੱਤ ਮੋਹਿਆ ਜਾਂਦਾ ਸੀ ਅਤੇ ਮਨ ਪਿੰਗਲਾ ਹੋ ਕੇ ਚਰਨ ਕਮਲਾਂ ਵਿੱਚ ਜੁੜ ਜਾਂਦਾ ਸੀ। ਬੇਅੰਤ ਸੰਗਤਾਂ ਅਤੇ ਸਤਸੰਗੀਆਂ ਨੇ ਇਹ ਰਸ ਮਾਨਿਆ। ਕੋਹਾਟ ਤੋਂ ਸੰਤ ਜੀ ਸਮਾਣੇ ਗਏ। ਇੱਥੇ ਪਲਟਨ ਨੂੰ ਨੰਬਰ 15 ਦੇ ਸਿੱਖ ਸੂਬੇਦਾਰ ਗੁਰਦਿੱਤ ਸਿੰਘ ਕੋਲ 8 ਦਿਨ ਰਹੇ। ਸਮਾਣੇ ਤੋਂ ਟਲ ਗਏ, ਫਿਰ ਨਰਤਾਬ ਕਿਸ਼ਨ ਸਿੰਘ ਜੀ ਪਾਸ ਰਹੇ। ਕੋਹਾਟੇ ਤੋਂ ਬਨੂ ਦੀ ਸੰਗਤ ਆਪ ਜੀ ਨੂੰ ਬਨੂ ਲੈ ਆਈ। ਕੋਹਾਟ ਤੋਂ ਸੇਠ ਦਿਆਲ ਸਿੰਘ, ਸੇਠ ਸਾਧੂ ਸਿੰਘ, ਭਾਈ ਦਿਆਲ ਸਿੰਘ ਜੀ ਵੀ ਨਾਲ ਗਏ। ਬਨੂ ਸਵੇਰ ਦਾ ਦੀਵਾਨ ਭਾਈ ਰੂਪਾ ਜੀ ਦੇ ਗੁਰਦੁਆਰੇ ਤੇ ਸ਼ਾਮ ਦਾ ਫੌਜਾਂ ਵਿੱਚ ਸਜਦਾ। ਆਪ ਇੱਥੇ 1.25 ਮਹੀਨਾ ਰਹੇ। ਬਹੁਤ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ। ਡਾਕਟਰ ਕਰਤਾਰ ਸਿੰਘ ਜੀ ਸੁਪੁੱਤਰ ਚੌਧਰੀ ਸੁੰਦਰ ਸਿੰਘ, ਪੈਨਸ਼ਨਰ, ਕੋਹੂਟਾ, ਜ਼ਿਲ੍ਹਾ ਰਾਵਲਪਿੰਡੀ, ਜੋ ਇਸ ਵਕਤ ਨਿਰੰਕਾਰ ਮੈਡੀਕਲ ਹਾਲ ਸਦਰ ਬਾਜ਼ਾਰ ਰਾਵਲਪਿੰਡੀ ਦੇ ਮਾਲਕ ਹਨ, ਨੇ ਇਹ ਸਾਖੀ ਲਿਖ ਕੇ ਭੇਜੀ ਸੀ। ਦਾਸ ਬਨੂ ਜੇਲ੍ਹ ਵਿੱਚ ਅਤੇ ਪੁਲਿਸ ਦੇ ਹਸਪਤਾਲ ਦਾ ਇੰਚਾਰਜ ਸੀ। ਜਦ ਸੰਤ ਜੀ ਬਨੂ ਪੁੱਜੇ ਤਾਂ ਸਰਦਾਰ ਸਾਧੂ ਸਿੰਘ ਜੀ ਠੇਕੇਦਾਰ ਇਹਨਾਂ ਦੇ ਨਾਲ ਸਨ। ਦਾਸ ਸੰਤ ਜੀ ਦਾ ਪੁਰਾਣਾ ਸੇਵਕ ਸੀ। ਦਾਸ ਨੂੰ ਸੰਤ ਜੀ ਨੇ ਹੁਕਮ ਦਿੱਤਾ ਕਿ ਗੁਰੂ ਸਾਗਰ ਸਾਹਿਬ ਬਸਤੂਆਨੇ ਦੀ ਸੇਵਾ ਕਰਨੀ ਹੈ। ਦਾਸ ਨੇ ਸੰਗਤ ਵਿੱਚ ਪ੍ਰੇਰਨਾ ਕੀਤੀ, ਸੋ ਪ੍ਰੇਮੀਆਂ ਨੇ ਖੁੱਲ੍ਹੇ ਦਿਲ ਅਰਦਾਸੇ ਕਰਾਏ ਤੇ 14,000 ਰੁਪਏ ਇਕੱਠੇ ਹੋ ਗਏ। ਦਾਸ ਨੇ ਪ੍ਰਸਾਦੇ ਵਾਸਤੇ ਅਰਜ਼ ਕੀਤੀ ਕਿ ਦਾਸ ਨੂੰ ਐਤਵਾਰ ਛੁੱਟੀ ਹੁੰਦੀ ਹੈ। ਸੰਤ ਜੀ ਨੇ ਫਰਮਾਇਆ ਕਿ ਐਤਵਾਰ ਸਰਦਾਰ ਹੋਤੂ ਸਿੰਘ ਡਿਪਟੀ ਕਮਿਸ਼ਨਰ ਦੇ ਘਰ ਪ੍ਰਸ਼ਾਦਾ ਹੈ, ਤੇਰੇ ਘਰ ਪ੍ਰਸ਼ਾਦੇ ਦੀ ਬਾਬਤ ਫਿਰ ਦੇਖਿਆ ਜਾਵੇਗਾ। ਦੂਜੇ ਦਿਨ ਸੋਮਵਾਰ ਸ਼ਾਮ ਦੇ 3 ਵਜੇ ਸੰਤ ਮਹਾਰਾਜ ਨੇ ਹੁਕਮ ਕਰ ਭੇਜਿਆ ਕਿ ਅੱਜ ਰਾਤ ਦਾ ਪ੍ਰਸ਼ਾਦਾ ਤੇਰੇ ਘਰ ਛਕਾਂਗੇ। ਦਾਸ ਨੇ ਆਪਣੀ ਸੁਪਤਨੀ ਲక్ష్మణ ਕੌਰ ਨਾਲ ਸਲਾਹ ਕੀਤੀ ਕਿ ਪ੍ਰਸ਼ਾਦੇ ਦੀ ਤਿਆਰੀ ਸ਼ੁਰੂ ਕਰ ਦੇ। 7 ਵਜੇ ਤੱਕ ਕੇਵਲ 2 ਮਣ ਆਟਾ ਪੱਕਿਆ, ਕੜਾਹ ਪ੍ਰਸ਼ਾਦ, ਦਾਲ ਭਾਜੀ ਤਾਂ ਤਿਆਰ ਹੋ ਗਏ। ਪੌਣੇ 8 ਵਜੇ ਸੰਤ ਜੀ ਮਹਾਰਾਜ 500 ਸੰਗਤ ਸਮੇਤ ਸ਼ਬਦ ਪੜ੍ਹਦੇ ਪੁੱਜ ਗਏ। ਦਾਸ ਬਹੁਤ ਹੈਰਾਨ ਹੋਇਆ ਤੇ ਸੰਗਤ ਜੀ ਪਾਸ ਹੌਲੀ ਜਿਹੀ ਬੇਨਤੀ ਕੀਤੀ ਕਿ ਮਹਾਰਾਜ ਜੀ ਪੂਰਾ ਆਟਾ ਹਾਲੇ ਨਹੀਂ ਪੱਕਿਆ, ਥੋੜ੍ਹੀ ਦੇਰ ਉਡੀਕ ਲਿਆ ਜਾਵੇ। ਸੰਤ ਜੀ ਮਹਾਰਾਜ ਨੇ ਫਰਮਾਇਆ, ਅਸੀਂ ਆਪ ਚੱਲ ਕੇ ਵੇਖਾਂਗੇ।
ਸੰਤ ਜੀ ਰਸੋਈ ਵਿੱਚ ਆਏ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਇੱਕ ਇੱਕ ਬਾਲਟੀ ਕੜਾਹ ਪ੍ਰਸ਼ਾਦ, ਦਾਲ ਅਤੇ ਪ੍ਰਸ਼ਾਦਿਆਂ ਦੇ ਪੁੱਠੀ ਟਿਕਾ ਦਿੱਤੀ। ਹੁਕਮ ਕੀਤਾ ਕਿ ਲੰਗਰ ਵਰਤਾਉਣਾ ਸ਼ੁਰੂ ਕਰ ਦਿਓ। ਹੁਕਮ ਮੰਨ ਕੇ ਲੰਗਰ ਵਰਤਣਾ ਸ਼ੁਰੂ ਹੋ ਗਿਆ। ਆਈ ਸਾਰੀ ਸੰਗਤ ਨੇ, ਜੇਲ੍ਹ ਦੇ ਸਭ ਸਟਾਫ ਤੇ ਕੈਦੀਆਂ ਨੇ ਰੱਜ ਕੇ ਲੰਗਰ ਛਕਿਆ। ਸਾਰੀ ਰਾਤ ਤੇ ਅਗਲੇ ਦਿਨ ਤੱਕ ਲੰਗਰ ਵਰਤਦਾ ਰਿਹਾ, ਤੋਟ ਨਾ ਆਈ। ਗੁਰੂ ਦੀ ਦਾਤ ਸਵਾਈ ਹੀ ਰਹੀ। ਦੂਜੇ ਦਿਨ ਜਦ ਪੁੱਠੀਆਂ ਕੀਤੀਆਂ ਹੋਈਆਂ ਬਾਲਟੀਆਂ ਚੁੱਕੀਆਂ ਤਾਂ ਸਾਰੇ ਭਾਂਡੇ ਵਿੱਚ ਥੋੜ੍ਹਾ ਥੋੜ੍ਹਾ ਪ੍ਰਸ਼ਾਦ ਬਾਕੀ ਨਿਕਲਿਆ। ਸੰਤ ਜੀ ਦੀ ਇਹ ਜਾਰੀ ਕਲਾ ਆਪਣੇ ਅੱਖੀ ਦਾਸ ਨੇ ਵੇਖੀ। ਬਨੂ ਤੋਂ ਆਪ ਡੇਰਾ ਇਸਮਾਈਲ ਖਾਨ ਗਏ, ਜਿੱਥੇ 40 ਦਿਨ ਰਹੇ। ਇੱਥੋਂ ਦੇ ਕੌਤਕ ਵਰਤੇ। ਸੂਬੇਦਾਰ ਮੇਜਰ ਜਵਾਲਾ ਸਿੰਘ ਨੇ 45 ਸਿੱਖਾਂ ਨੂੰ ਹੁਕਮ ਦੇ ਦਿੱਤਾ ਕਿ ਸੰਤ ਜੀ ਦੇ ਦੀਵਾਨ ਵਿੱਚ ਕੋਈ ਫੌਜੀ ਨਾ ਜਾਓ। 8 ਦਿਨਾਂ ਪਿੱਛੋਂ ਸੰਕਾਰੀ ਸੂਬੇਦਾਰ ਮੇਜਰ ਪਾਸੋਂ ਕੋਈ ਐਸਾ ਕਸੂਰ ਹੋ ਗਿਆ ਕਿ ਉਹ 12 ਪੱਥਰੋਂ ਬਾਹਰ ਕੱਢਿਆ ਗਿਆ। ਨੌਕਰੀ ਗਈ ਤੇ ਪੈਨਸ਼ਨ ਵੀ ਨਾ ਲੈ ਸਕਿਆ। ਇੱਕ ਦਿਨ ਦਰਿਆ ਸਿੰਧ ਦੇ ਕਿਨਾਰੇ ਦੀਵਾਨ ਲੱਗਾ। ਬਹੁਤ ਸੰਗਤ ਦੂਰੋਂ ਨੇੜਿਓਂ ਆਈ। ਭੋਗ ਮਗਰੋਂ ਸੰਤ ਜੀ 12 ਸਾਥੀਆਂ ਸਮੇਤ ਛੋਟੀ ਕਿਸ਼ਤੀ, ਜਿਸ ਨੂੰ ਇੱਧਰ ਪਤੀਲਾ ਸੱਦਦੇ ਹਨ, ਵਿੱਚ ਦਰਿਆ ਦੀ ਸੈਰ ਕਰ ਰਹੇ ਸਨ ਕਿ ਤੂਫਾਨ ਆ ਗਿਆ ਤੇ ਕਿਸ਼ਤੀ ਵਿੱਚ ਪਾਣੀ ਪੈ ਗਿਆ। ਸਭ ਲੋਕ ਤੇ ਮਲਾਹ ਵੀ ਘਬਰਾ ਗਏ, ਪਰ ਸੰਤ ਜੀ ਡੋਲ ਬੈਠੇ ਰਹੇ। ਆਖਰ ਗੁਰੂ ਮੇਹਰ ਨਾਲ ਕਿਸ਼ਤੀ ਪਾਰ ਲੱਗ ਗਈ। ਮਲਾਹਾਂ ਨੇ ਚਰਨ ਫੜ ਲਏ ਤੇ ਹੱਥ ਜੋੜ ਕੇ ਅਰਜ਼ ਕੀਤੀ, ਤੂੰ ਕਾਮਲ ਫਕੀਰ ਹੈ, ਤੇਰੇ ਪੈਰਾਂ ਦੀ ਖਰੈਤ ਬੇੜੀ ਪਾਰ ਲੰਘ ਆਈ ਹੈ। ਸੰਤ ਜੀ, ਸਭ ਕੁਝ ਅੱਲਾਹ ਦੇ ਵੱਸ ਵਿੱਚ ਹੈ। ਮਲਾਹ ਬੋਲੇ, ਰੱਬ ਦੇ ਫਕੀਰ ਵਿੱਚ ਕੋਈ ਭੇਦ ਨਹੀਂ। ਦਰਿਆ ਤੋਂ ਪਾਰ 13 ਮੀਲ ਜਾ ਕੇ ਦਰਮਿਆਨ ਤੋਂ ਰੇਲ ਵਿੱਚ ਮੁਲਤਾਨ ਛਾਵਣੀ ਪੁੱਜੇ ਅਤੇ ਆਪਣੇ ਸੇਵਕ ਭਾਈ ਮੱਲਾ ਸਿੰਘ ਪਾਸ ਠਹਿਰੇ। ਸੰਤ ਜੀ 40 ਕੁ ਦਿਨ ਇੱਥੇ ਰਹੇ। ਸ਼ਹਿਰ ਦੇ ਛਾਵਣੀ ਵਿੱਚ ਬਹੁਤ ਪ੍ਰਚਾਰ ਹੋਇਆ। ਸੰਤ ਜੀ ਨੌਸ਼ਹਿਰੇ ਆ ਗਏ। ਇੱਥੇ ਸਭ ਫੌਜਾਂ ਵਿੱਚ ਦੀਵਾਨ ਹੋਏ, ਪਰ 54 ਪਲਟਨ ਵਿੱਚ ਤਾਂ ਇੱਕ ਖਾਸ ਭਾਰੀ ਦੀਵਾਨ ਰੱਖਿਆ ਗਿਆ, ਜਿਸ ਵਿੱਚ ਕਰਨੈਲ ਗੈਸਲੀ ਖੁਦ ਆਇਆ। ਆਸਾ ਜੀ ਦੀ ਬਾਰ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਨੂੰ ਬੜੇ ਚਾਅ ਅਤੇ ਅਦਬ ਨਾਲ ਮਿਲਿਆ ਤੇ ਕਹਿਣ ਲੱਗਾ, ਹਮਕੋ ਬੜਾ ਫਖਰ ਹੈ, ਤੁਮ ਹਮਾਰੀ ਪਲਟਨ का जवान है। हमारे पास रहते तब बड़ा ओढ़ा पाटे, पर अब खुदा के घर से बड़ा ओढ़ा पाया है। संत महाराज 1.25 महीने नौशेरा रहे। ਕਰਨਲ ਗੈਸਲੀ ਦੀ ਮੰਗ ਪਰ ਜਰਨੈਲ ਨੌਸ਼ਹਿਰਾ ਬ੍ਰਿਗੇਡ ਨੇ ਛੁੱਟੀ ਕਰ ਦਿੱਤੀ। ਦਰਿਆ ਕਾਬਲ ਤੋਂ ਲੈ ਕੇ ਸਟੇਸ਼ਨ ਤੱਕ ਫੌਜੀ ਬੈਂਡ ਤੇ ਸਿਪਾਹੀ ਨਜ਼ਰ ਆਉਂਦੇ। ਪੂਰਨ ਪ੍ਰੇਮ ਨਾਲ ਸੰਗਤਾਂ ਨੇ ਆਪ ਜੀ ਨੂੰ ਪਿਸ਼ਾਵਰ ਦੀ ਗੱਡੀ ਵਿੱਚ ਬਿਠਾਇਆ। ਨੌਸ਼ਹਿਰਾ ਤੋਂ ਪਿਸ਼ਾਵਰ ਵਿੱਚ ਮਸਤੂਆਣਾ ਸਾਹਿਬ ਦੀ ਸੇਵਾ ਲਈ ਚੰਗੀ ਰਕਮ ਇਕੱਠੀ ਹੋਈ। ਪਿਸ਼ਾਵਰ ਤੋਂ ਹਰੀਪੁਰ ਆ ਕੇ ਕੁਝ ਚਿਰ ਠਹਿਰੇ ਤੇ ਉੱਥੋਂ ਰਾਵਲਪਿੰਡੀ ਆ ਕੇ ਮਲਕ ਮੋਹਨ ਸਿੰਘ ਦੇ ਮਕਾਨ ਵਿੱਚ ਡੇਰਾ ਕੀਤਾ। ਦੋਵੇਂ ਵਕਤ ਦੀਵਾਨ ਸਜਦਾ ਕੀਰਤਨ ਹੁੰਦਾ। ਉਸ ਸਮੇਂ ਟਿੱਕਾ ਰਿਪੂਦਮਨ ਸਿੰਘ ਜੀ, ਵਲੀ ਅਹਿਦ ਮਹਾਰਾਜਾ ਹੀਰਾ ਸਿੰਘ ਜੀ ਵਾਲੀਏ, ਨਾਭਾ ਜੀ ਕਸ਼ਮੀਰ ਜਾਂਦੇ ਹੋਏ ਇੱਥੇ ਹੀ ਟਿਕੇ ਹੋਏ ਸਨ। ਆਪ ਦੋਵੇਂ ਵਕਤ ਦੀਵਾਨ ਵਿੱਚ ਹਾਜ਼ਰ ਹੁੰਦੇ। ਇੱਕ ਦਿਨ ਆਪ ਨੇ ਸੰਤ ਮਹਾਰਾਜ ਨੂੰ ਬੇਨਤੀ ਕੀਤੀ ਕਿ ਹੇ ਮਹਾਰਾਜ, ਮਾਲਵੇ ਦੇਸ਼ ਵਿੱਚ ਪ੍ਰਚਾਰ ਦੀ ਬੜੀ ਲੋੜ ਹੈ, ਆਪ ਉਸ ਇਲਾਕੇ ਪਰ ਕਿਰਪਾ ਕਰੋ। ਸੰਤ ਜੀ ਨੇ ਫਰਮਾਇਆ ਸੀ, ਉਸ ਇਲਾਕੇ ਵਿੱਚ ਖਾਲਸਾ ਜੀ ਦਾ ਇੱਕ ਕੇਂਦਰ ਰਚ ਰਹੇ ਹਾਂ। ਸਾਡਾ ਸੰਕਲਪ ਹੈ ਉੱਥੇ ਮਾਲਵੇ ਲਈ ਵਿੱਦਿਆ ਦੀ ਯੂਨੀਵਰਸਿਟੀ ਬਣੇ, ਫਿਰ ਸਹਿਜ ਸੁਭਾਅ ਮਾਲਵੇ ਵਿੱਚ ਬੜਾ ਪ੍ਰਚਾਰ ਹੋਵੇਗਾ, ਪਰ ਦੇਸ਼ ਮਾਇਆ ਵਿੱਚ ਕਮਜ਼ੋਰ ਹੈ। ਸੰਤ ਜੀ ਦਾ ਇਹ ਬਚਨ ਸੁਣ ਕੇ ਟਿੱਕਾ ਸਾਹਿਬ ਨੇ ਆਖਿਆ, ਮਾਲਵੇ ਤੇ ਕਿਰਪਾ ਕਰੋ, ਮਾਇਆ ਦੀ ਸੇਵਾ ਦਾਸ ਕਰੇਗਾ। ਇਹਨਾਂ ਦਿਨਾਂ ਵਿੱਚ ਹੀ ਸਰਦਾਰ ਸੇਵਾ ਰਾਮ ਸਿੰਘ ਤੇ ਇਹਨਾਂ ਦੇ ਪਿਤਾ ਲਾਲਾ ਗੁਰਦਾਸ ਤੇ ਭਾਈ ਗੋਬਿੰਦ ਦਾਸ ਨੇ ਅੰਮ੍ਰਿਤ ਛਕਿਆ। ਸਰਦਾਰ ਜੀ ਸੇਵਾ ਰਾਮ ਦੇ ਰਾਮ ਨਾਲ ਪ੍ਰਸਿੱਧ ਵਕੀਲ ਸਾਹਿਬ, ਇਸ ਨੇ ਪਹਿਲੋਂ 2 ਵਾਰੀ ਅੰਮ੍ਰਿਤ ਛਕਣ ਤੋਂ ਨਾ ਕੀਤੀ, ਪਰ ਅੱਜ ਸੰਤ ਜੀ ਮਹਾਰਾਜ ਨੇ ਜੱਫੀ ਵਿੱਚ ਲੈ ਕੇ ਪ੍ਰੇਮ ਨਾਲ ਕਿਹਾ, ਭਾਈ ਅੱਜ ਤੋਂ ਅੰਮ੍ਰਿਤ ਛਕ ਲੈ। ਗਲੇ ਲਾਉਂਦਿਆਂ ਹੀ ਭਾਈ ਸੇਵਾ ਰਾਮ ਜੀ ਦੇ ਖਿਆਲ ਬਦਲ ਗਏ। ਇਸਨੇ ਕਿਹਾ, 7 ਵਚਨ। ਉਸੇ ਵਕਤ ਬਾਟਾ ਤਿਆਰ ਹੋ ਕੇ ਅੰਮ੍ਰਿਤ ਪ੍ਰਚਾਰ ਹੋਇਆ। ਸੰਤ ਮਹਾਰਾਜ ਨੇ ਅੰਮ੍ਰਿਤ ਉੱਤੇ ਲੈਕਚਰ ਕਰਨ ਦਾ ਭਾਈ ਸੇਵਾ ਰਾਮ ਜੀ ਨੂੰ ਹੁਕਮ ਦਿੱਤਾ। ਉਹ 40 ਮਿੰਟ ਬੋਲੇ। ਸੰਗਤ ਪਰ ਬਹੁਤ ਅਸਰ ਹੋਇਆ। ਸਭ ਕਹਿੰਦੇ ਸਨ ਕਿ ਸੰਤ ਮਹਾਰਾਜ ਜੀ ਪ੍ਰੇਰਕ ਹੋ ਕੇ ਸੇਵਾ ਰਾਮ ਸਿੰਘ ਜੀ ਬੋਲ ਰਹੇ ਹਨ। ਰਾਵਲਪਿੰਡੀ ਤੋਂ ਸੰਤ ਮਹਾਰਾਜ ਕੋਮੇਰੀ ਗਏ ਤੇ ਉੱਥੋਂ ਕਨੋਹੇ ਆ ਕੇ ਕੁਝ ਦਿਨ ਆਰਾਮ ਕੀਤਾ। ਇੱਥੇ ਕਈ ਥਾਵਾਂ ਦੀ ਸੰਗਤ ਦਰਸ਼ਨ ਲਈ ਆਉਣ ਲੱਗ ਪਈ। ਜਦੋਂ ਸਰਦਾਰ ਸੇਵਾ ਰਾਮ ਸਿੰਘ ਦੀ ਸਾਥੀਆਂ ਸਮੇਤ ਕੱਲਰ ਤੋਂ ਤੁਰੇ ਤਾਂ ਬਾਰਿਸ਼ ਬਹੁਤ ਸੀ, ਪਰ ਟੁਰੀ ਗਏ। ਰਸਤਾ ਭੁੱਲ ਗਏ ਤੇ ਤੁਰ ਨਾ ਸਕਣ, ਜਿਵੇਂ ਪੈਰ ਗੱਡੇ ਜਾਂਦੇ ਸਨ। ਆਖਰ ਇੱਕ ਮੁਸਲਮਾਨ ਨੇ ਬਾਰਿਸ਼ ਕਰਕੇ ਸਿਰ ਪਰ ਬੋਰੀ ਪਾਈ ਹੋਈ ਸੀ। ਪੁੱਛਿਆ ਕਿ ਭਾਈ ਹੈਰਾਨ ਖਲੋਤਾ, ਕਿੱਥੇ ਜਾਣਾ ਈ? ਸਰਦਾਰ ਜੀ ਨੇ ਜਵਾਬ ਦਿੱਤਾ ਕਿ ਕਨੋਹੇ ਜਾਣਾ ਈ। ਉਸਨੇ ਕਿਹਾ, ਸਿੱਖਾਂ ਦੇ ਪਿੰਡ ਜਾਣਾ ਹੈ ਤਾਂ ਇਹ ਡੰਡੀ ਜਾਂਦੀ ਹੈ, ਅੱਗੇ ਉਹ ਪੁਲਾਈਆਂ ਦੀ ਗੜੀ ਚੰਗੀ ਹੈ, ਉੱਥੇ ਇੱਕ ਸਿੱਖ ਫਕੀਰ ਦੀ ਕੁਟੀਆ ਤੇ ਨਾਲ ਹੀ ਪਿੰਡ ਹੈ। ਸੁਣ ਕੇ ਜਦੋਂ ਸਰਦਾਰ ਜੀ ਨੇ ਟੁਰਨ ਦਾ ਖਿਆਲ ਕੀਤਾ ਤਾਂ ਗੱਡੇ ਹੋਏ ਪੈਰ ਝਟਪਟ ਟੁਰ ਪਏ। ਕੱਸੀ ਚੜ੍ਹ ਕੇ ਸੰਘਣੇ ਦਰਖਤਾਂ ਵਿੱਚ ਇੱਕ ਕੁਟੀਆ ਨਜ਼ਰ ਆਈ ਤੇ ਪਾਣੀ ਦਾ ਚਸ਼ਮਾ ਵੀ ਦਿਸਿਆ ਤੇ ਦਰਖਤਾਂ ਤੇ ਕਾਲੀ ਕੰਬਣੀ ਸੁੱਕਣੇ ਪਾਈ ਹੋਈ ਦਿਸੀ। ਇੱਧਰ ਸੰਤ ਜੀ ਨੇ 3 ਵਾਰੀ ਭਾਈ ਨਾਨਕ ਸਿੰਘ ਦੇ ਘਰ ਬੈਠਿਆਂ ਕਿਹਾ ਕਿ ਚਲੋ ਕੁਟੀਆ ਤੇ ਚੱਲੀਏ, ਸੰਗਤ ਆ ਰਹੀ ਹੈ, ਪਰ ਉਹ ਬਾਰਿਸ਼ ਪੈ ਰਹੀ ਹੈ, ਕਰਕੇ ਟਾਲ ਛੱਡੋ। ਆਖਰ ਸੰਤ ਮਹਾਰਾਜ ਆਪ ਟੁਰ ਪਏ ਤਾਂ ਉਹ ਵੀ ਪਿੱਛੇ ਪਿੱਛੇ ਚੱਲ ਆਇਆ। ਸੰਤ ਜੀ ਅੰਦਰ ਆ ਕੇ ਬੈਠੇ ਹੀ ਸਨ ਤਾਂ ਬਾਰਿਸ਼ ਰੁਕ ਗਈ। ਆਪਨੇ ਕੰਬਲੀ ਸੁੱਕਣ ਲਈ ਦਰਖਤਾਂ ਉੱਪਰ ਪਾ ਦਿੱਤੀ। ਸਰਦਾਰ ਸੇਵਾ ਰਾਮ ਸਿੰਘ ਜੀ ਪੁੱਜ ਗਏ। ਨਮਸਕਾਰ ਕਰਕੇ ਬੈਠੇ ਹੀ ਸਨ ਤਾਂ ਸੰਤ ਮਹਾਰਾਜ ਜੀ ਨੇ ਕਿਹਾ, ਭਾਈ ਰਸਤਾ ਭੁੱਲ ਗਿਆ ਸੀ।
ਉਸਨੇ ਕਿਹਾ, ਮਹਾਰਾਜ ਜੀ ਆਪ ਹੀ ਰਸਤਾ ਭੁਲਾਉਣ ਵਾਲੇ ਤੇ ਆਪ ਹੀ ਰਾਹੇ ਪਾਉਣ ਵਾਲੇ ਹੋ। ਕੁਟੀਆ ਦੇ ਪਾਸ ਦੇ ਦੋਹਾਂ ਚਸ਼ਮਿਆਂ ਵਿੱਚ ਆਪੇ ਫਿਰ ਪਾਣੀ ਆ ਗਿਆ ਸੀ, ਜੋ ਸੰਗਤ ਨੇ ਬੜੇ ਪ੍ਰੇਮ ਨਾਲ ਛਕਿਆ ਤੇ ਖੂਬ ਇਸ਼ਨਾਨ ਕੀਤਾ। ਇੱਥੋਂ ਆਪ ਤਰਨ ਤਾਰਨ ਆ ਗਏ। ਪ੍ਰਚਾਰ ਜਾਰੀ ਹੋ ਗਿਆ। ਇੱਧਰੋਂ ਸੰਗਰੂਰ ਵਿੱਚ ਸੂਰੀ ਦਰਵਾਜ਼ੇ ਦੇ ਬਾਹਰ ਦੀ ਧਰਮਸ਼ਾਲਾ ਵਿੱਚ ਫੌਜੀ ਸਰਦਾਰਾਂ ਨੇ ਸਤਸੰਗ ਜਾਰੀ ਕੀਤਾ ਤੇ ਭਾਈ ਬਰਿਆਮ ਸਿੰਘ ਜੀ ਨੂੰ ਅੰਮ੍ਰਿਤਸਰ ਕਿਸੇ ਚੰਗੇ ਮਹਾਤਮਾ ਨੂੰ ਲਿਆਉਣ ਵਾਸਤੇ ਭੇਜਿਆ। ਉਹ ਅੰਮ੍ਰਿਤਸਰ ਤੋਂ ਸੰਤ ਮਹਾਰਾਜ ਦੀ ਕੰਸੋ ਸੁਣ ਕੇ ਤਰਨ ਤਾਰਨ ਆ ਗਿਆ ਤੇ ਬੇਨਤੀ ਕਰਕੇ ਆਪ ਜੀ ਨੂੰ ਸੰਗਰੂਰ ਲੈ ਆਇਆ। ਮਸਤੂਆਣੇ ਵੀ ਖਬਰ ਹੋ ਗਈ ਤਾਂ ਸੰਤ ਗੁਲਾਬ ਸਿੰਘ ਜੀ ਤੇ ਸੰਤ ਬਿਸ਼ਨ ਸਿੰਘ ਜੀ ਕੋਈ ਸ਼ਰੀਰਾਂ ਸਮੇਤ ਲੈਣ ਆ ਗਏ। ਸੰਤ ਜੀ ਘਲਾਲ ਦੇ ਰਸਤੇ ਕਾਂਝ ਲਿਆਏ ਤੇ ਇੱਥੋਂ ਮਸਤੂਆਣੇ ਸਾਹਿਬ ਆ ਗਏ। ਇਸ ਤਰ੍ਹਾਂ ਮਸਤੂਆਣਾ ਸਾਹਿਬ ਦੀ ਧਰਤੀ ਨੂੰ ਭਾਗ ਲੱਗੇ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਜਿਨ੍ਹਾਂ ਨੇ ਮਸਤੂਆਣਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ।